प्यारे विद्यार्थियों, ਅੱਜ ਅਸੀਂ ਅਸਾइनमेंट नंबर 73 ਕਰਾਂਗੇ। ਸਾਡਾ ਅਭਿਆਸ ਜਿਹੜਾ ਉਹ ਚੱਲ ਰਿਹਾ ਹੈ ਅੰਕੜਿਆਂ ਦਾ ਪ੍ਰਬੰਧਨ। ਕੱਲ ਦੀ ਅਸਾइनमेंट ਵਿੱਚ ਅਸੀਂ ਪਿਕਟੋਗ੍ਰਾਫ ਬਾਰੇ ਦੇਖਿਆ ਸੀ। ਇੱਕ ਚਿੱਤਰ ਗ੍ਰਾਫ ਵਿੱਚ ਜਿੱਦਾਂ ਅਸੀਂ ਡਾਇਗਰਾਮ ਨੂੰ ਦੇਖ ਕੇ ਅਸੀਂ ਫੋਲੋ ਅਪ ਕੁਐਸਚਨਸ ਦੇ ਜਿਹੜੇ ਆਨਸਰਸ ਅਸੀਂ ਕਰ ਸਕਦੇ ਹਾਂ। ਉਸ ਤਰ੍ਹਾਂ ਹੀ ਅੱਜ ਦੀ ਅਸਾइनमेंट ਵਿੱਚ ਅਸੀਂ ਬਾਰ ਗ੍ਰਾਫ ਤੇ ਡਬਲ ਬਾਰ ਗ੍ਰਾਫ ਬਾਰੇ ਪੜਾਂਗੇ। ਆਓ ਪੜ੍ਹੀਏ। ਅਸਾइनमेंट नंबर 73 'ਚ ਜਿੱਦਾਂ ਬੇਟਾ ਤੁਸੀਂ ਦੇਖ ਰਹੇ ਹੋ कि ਇਹ ਜਿਹੜਾ ਗ੍ਰਾਫ ਬਣਿਆ ਹੋਇਆ ਸਾਡੇ ਕੋਲ ਸਾਹਮਣੇ ਜਿਹੜਾ ਇੱਕ ਚਿੱਤਰ ਦਿਖਾਈ ਦੇ ਰਿਹਾ ਹੈ, ਇਹਦੇ ਵਿੱਚ ਇੱਕ ਬਿਲਡਿੰਗਸ ਬਣੀਆਂ ਹੋਈਆਂ ਨੇ ਕੁਝ ਗੈਪ ਦੇ ਬਾਅਦ। ਉਹ ਸਾਰੀਆਂ ਬਿਲਡਿੰਗਸ ਨੂੰ ਅਸੀਂ ਛੜਾਂ ਬੋਲਦੇ ਹਾਂ ਤੇ ਇਸ ਕਰਕੇ ਇਸ ਗ੍ਰਾਫ ਨੂੰ ਇੱਕ ਛੜ ਗ੍ਰਾਫ ਬੋਲਦੇ ਹਾਂ। ਸੋ ਅਸੀਂ ਪੜ੍ਹ ਲੈਂਦੇ ਹਾਂ ਕਿ ਇੱਕ ਸਮਾਨ ਚੌੜਾਈ ਦੇ ਛੜਾਂ ਦੀ ਵਰਤੋਂ ਕਰਦੇ ਹੋਏ ਸੂਚਨਾ ਦਰਸਾਉਣਾ ਜਿਸ ਵਿੱਚ ਛੜਾਂ ਦੀਆਂ ਲੰਬਾਈਆਂ ਜਾਂ ਕਹਿ ਲਓ ਉਚਾਈਆਂ ਕ੍ਰਮਵਾਰ ਉਸਦੇ ਮੁੱਲਾਂ ਦੇ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਇਹਨਾਂ ਦੀ ਰੇਸ਼ੋ ਜਿਹੜੀ ਹੈ ਉਹ ਇਕੁਅਲ ਹੁੰਦੀ ਹੈ, ਸਮਾਨ ਅਨੁਪਾਤ ਵਿੱਚ ਹੁੰਦੇ। ਹੁਣ ਜ਼ਿਆਦਾਤਰ ਬੇਟਾ ਪ੍ਰਸ਼ਨ ਕਿੱਦਾਂ ਦੇ ਪੁੱਛੇ ਜਾਂਦੇ ਆ ਕਿ ਗ੍ਰਾਫ ਦੇ ਦਿੱਤਾ ਜਾਂਦਾ ਹੈ ਤੇ ਉਹਦਾ ਪਹਿਲਾ ਪ੍ਰਸ਼ਨ ਤਕਰੀਬਨ ਹਰ ਕੁਐਸਚਨ 'ਚ ਹੁੰਦਾ ਹੈ ਕਿ ਇਸ ਛੜ ਗ੍ਰਾਫ ਦੁਆਰਾ ਕੀ ਸੂਚਨਾ ਦਿੱਤੀ ਗਈ ਹੈ। ਅਸੀਂ ਕੀ ਕਰਨਾ ਹੈ, ਅਸੀਂ ਲੇਟਵੀਂ ਰੇਖਾ 'ਚ ਪੜ੍ਹਨਾ ਹੈ ਤੇ ਉਹਨੇ ਲਿਖਿਆ ਵਿਦਿਅਕ ਸਾਲ ਦਿੱਤੇ ਹੋਏ ਆ 2003 ਤੋਂ 4 ਪਹਿਲੀ ਛੜ, ਦੂਜੀ ਛੜ ਵਿੱਚ 2004-5, ਫਿਰ 5-6, 6-7, 7-8। ਤੇ ਜੇ ਅਸੀਂ ਖੜਵੀਂ ਰੇਖਾ 'ਚ ਵੇਖੀਏ ਤੇ ਉਹਦੇ 'ਚ ਲਿਖਿਆ ਜਮਾਤ 8ਵੀਂ ਦੇ ਵਿਦਿਆਰਥੀਆਂ ਦੀ ਸੰਖਿਆ। ਇਹ ਦਿੱਤੀ ਹੈ 0, 50, 100, 150, 200, 250, 300, 350, 400। ਤੇ ਅਸੀਂ ਕੀ ਲਿਖਾਂਗੇ ਪਹਿਲੇ ਪ੍ਰਸ਼ਨ ਦਾ ਆਨਸਰ कि इस छड़ ग्राफ द्वारा विद्यक साल 2003 तो लैके 2008 तक 8वीं जमात दे विद्यार्थियों की संख्या की सूचना दिती गई है। ग्राफ के नाल एक आइकन बनया है, उहदे च लिखा छड़ की लंबाई हरेक जमात की गिनती दर्शाती है। इस चीज़ नूं तुसीं ध्यान रखना है कि ग्राफ के नाल कोई कलर कोडिंग की हुई है, कुछ भी नाल पॉइंट लिखा है, ਉਹਦੀਆਂ ਜਿਹੜੀਆਂ ਇਕਾਈਆਂ ਦਾ ਮਾਪ ਹੁੰਦਾ। ਸੈਕਿੰਡ ਪ੍ਰਸ਼ਨ ਪੜ੍ਹ ਲੈਂਦੇ ਹਾਂ ਅਸੀਂ, ਕਿਸ ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਹੋਇਆ। ਅਸੀਂ ਦੇਖੋ ਕਿਸ ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਹੋਇਆ। ਅਸੀਂ ਇਹ ਨਹੀਂ ਦੇਖ ਲੈਣਾ ਕਿ ਸਭ ਤੋਂ ਉੱਚੀ ਬਿਲਡਿੰਗ ਜਿਹੜੀ ਹੈਗੀ ਹੈ ਉਹ ਸਾਡਾ ਆਨਸਰ ਹੈ। ਅਸੀਂ ਇਹ ਦੇਖਣਾ ਹੈ ਕਿ ਫਰਕ ਕਿੰਨਾ ਜ਼ਿਆਦਾ ਆਇਆ ਹੈ, ਕਿਸ ਵਿਦਿਅਕ ਸਾਲ ਵਿੱਚ ਅਗਲੇ ਸਾਲ ਨਾਲੋਂ ਜ਼ਿਆਦਾ ਫਰਕ ਆਇਆ। ਪਹਿਲੇ ਸਾਲ ਵਿੱਚ ਦੇਖੋ ਕਿੰਨੇ ਵਿਦਿਆਰਥੀ ਹੈ, ਪਹਿਲੀ ਛੜ ਦੇ ਉੱਤੇ ਤੁਸੀਂ ਲਿਖ ਸਕਦੇ ਹੋ ਆਪਣੀ ਸਹੂਲੀਅਤ ਦੇ ਲਈ। ਬਿਲਕੁਲ ਉਹਦੇ ਸਾਹਮਣੇ ਦੇਖੋ ਤੇ ਸਾਡੇ ਕੋਲ ਆ ਰਿਹਾ 100। ਦੂਸਰੀ ਛੜ ਵਿੱਚ 4-5 ਵਿੱਚ ਦੇ ਸਾਹਮਣੇ ਦੇਖੋ ਤੇ ਆ ਰਿਹਾ 200। ਤੀਸਰੀ ਛੜ ਵਿੱਚ ਜੇ ਤੁਸੀਂ ਵੇਖੋਗੇ ਤੇ ਬਿਲਕੁਲ ਸਾਹਮਣੇ ਛੜ ਦੇ ਅਗਰ ਧਿਆਨ ਦੇਖੋਗੇ ਤੇ ਆ ਗਿਆ 250। ਚੌਥੀ ਛੜ ਵਿੱਚ ਦੇਖੋ ਸਾਡੇ ਕੋਲ ਬਿਲਕੁਲ ਅਗਰ ਅਸੀਂ ਸਾਹਮਣੇ ਦੇਖਾਂਗੇ ਤੇ ਮੇਰੇ ਕੋਲ ਆ ਰਿਹਾ 300। ਤੇ ਲਾਸਟ ਛੜ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਸਾਡੇ ਕੋਲ ਆਂਦਾ 350। ਇਹ ਤੁਸੀਂ ਆਪਣੇ ਛੜਾਂ ਦੇ ਉੱਪਰ ਲਿਖ ਲੈਣਾ ਹੈ। ਹੁਣ ਦੇਖੋ ਕਿਸ ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ, ਕਿਹੜਾ ਡਿਫਰੈਂਸ ਜ਼ਿਆਦਾ ਆ ਰਿਹਾ। ਪਹਿਲੀ ਛੜ ਤੋਂ ਦੂਜੀ ਛੜ ਵਿੱਚ 100 ਬੱਚੇ ਵਧੇ ਆ, ਦੂਜੀ ਤੋਂ ਤੀਜੀ ਵਿੱਚ 50 ਬੱਚੇ ਵਧੇ ਆ, ਤੀਜੀ ਤੋਂ ਚੌਥੀ ਵਿੱਚ 50 ਬੱਚੇ ਵਧੇ ਆ ਤੇ ਚੌਥੀ ਤੋਂ ਪੰਜਵੀਂ ਵਿੱਚ ਵੀ 50 ਬੱਚੇ ਵਧੇ ਆ। ਤਾਂ ਇਹਦਾ ਆਨਸਰ ਹੋਏਗਾ 2003-4 ਤੋਂ 2004-5 ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ 'ਚ ਸਭ ਤੋਂ ਵੱਧ ਵਾਧਾ ਹੋਇਆ ਹੈ। ਅਗਲਾ ਪ੍ਰਸ਼ਨ ਹੈ ਕਿਸ ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹਦੇ ਵਿੱਚ ਕਿਸੇ ਨਾਲੋਂ ਫਰਕ ਨਹੀਂ ਪੁੱਛਿਆ, ਸਿੰਪਲ ਵੇਖ ਲਓ ਜਿਹੜੀ ਸਭ ਤੋਂ ਉੱਚੀ ਛੜ ਹੈ ਉਹ ਸਾਡਾ ਆਨਸਰ ਹੈ। 2007-8 ਵਿੱਚ 350 ਵਿਦਿਆਰਥੀ ਨੇ, ਇਸ ਕਰਕੇ ਇਸ ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹਦੇ ਨਾਲ ਹੀ ਨੀਚੇ ਵਾਲੇ ਡਾਇਗਰਾਮ ਬੇਟਾ ਦੇਖ ਲੈਂਦੇ ਆ। ਇਹਦੇ ਵਿੱਚ ਦੋ ਬਿਲਡਿੰਗਾਂ ਬਣੀਆਂ ਹੋਈਆਂ ਨੇ, ਇੱਕ ਨੂੰ ਕਲਰ ਕੀਤਾ, ਇੱਕ ਨੂੰ ਕਲਰ ਨਹੀਂ ਕੀਤਾ ਤੇ ਨਾਲ ਜੋੜਿਆ। ਇਹੋ ਜਿਹੇ ਗ੍ਰਾਫ ਨੂੰ ਅਸੀਂ ਕਹਿੰਦੇ ਆ ਦੋ ਛੜਾਂ ਵਾਲਾ ਗ੍ਰਾਫ, ਮਤਲਬ ਦੋਹਰਾ ਛੜ ਗ੍ਰਾਫ। ਦੇਖੋ ਇਹਦੇ 'ਚ ਕੀ ਹੈ,
नीचे विशा दिता होया है, गणित, समाजिक विज्ञान, विज्ञान, अंग्रेजी ते हिंदी। तो दूसरे साल विच एक विद्यार्थी द्वारा प्राप्त किए गए अंक 0, 10, 20, 30, 40, 50, 60, 70। एक विद्यार्थी दे दो छड़ां की है, जिहड़ी ब्लैंक आ जिहदे विच कोई कलर नहीं भरिया। देखो साइड ते एक डब्बा बनिया, उहदे च लिखिया 2005-6 ते जिहदे विच कलर किया होगा 6-7। मतलब 2 सालां विच विद्यार्थी दे इक्को बच्चे दे इन्ने सबजैक्टां विचों किन्ने किन्ने मार्क्स आ। हुण इस दोहरे छड़ ग्राफ तो किस जानकारी बारे पता लगता है? इहनूं की लिखांगे कि इस दोहरे छड़ ग्राफ तो एक विद्यार्थी दे 2 सालां विच वख-वख विषयां च प्राप्त किए गए अंकां दा पता चलदा है। हुण असीं की करदे हां, नीचे वाले प्रश्न करन तो पहलां असी बच्चे दे मार्क्स लिख लैंदे आ। गणित विच वेखो पहली छड़ 20 ते है ते दूसरी छड़ 60 ते है। छड़ां दे उपर टॉप ते बिल्डिंग दे बिल्कुल टॉप ते नंबर लिखी जाओ। समाजिक विज्ञान विच पहली छड़ 50 ते है, दूसरी छड़ जिहड़ी है 60 ते है। विज्ञान विच जिहड़ी पहली छड़ है वो 40 ते है, बिल्कुल सामने देखो 40, ते दूजी छड़ 45 ते है। अंग्रेजी विच जिहड़ी है बिल्कुल सामने अगर तुसीं देखोगे तो पहली छड़ 50 ते है, दूसरी छड़ 40 ते है। हिंदी विच अगर तुसीं देखोगे दोवें छड़ां बराबर ने ते दोवें 60 ते 60 ते ने। हुण असीं प्रश्न हल कर सकते हैं। किस विषय विच विद्यार्थी की कारगुजारी च सब तो ज़्यादा सुधार होया है? कि जो पिछले साल वो बहुत घट नंबर सी ते अगले साल वो बहुत ज़्यादा आ गए। किहड़ा तुहानूं दिख रहा सामने ग्राफ? गणित पिछले साल वो 20 नंबर सी, अगले साल वो 60 नंबर आए। बिल्डिंग वेख लो किहड़ा दा फर्क ज़्यादा, 2 बिल्डिंगां दा। ते असीं की लिखांगे गणित विषय विच विद्यार्थी की कारगुजारी विच सब तो ज़्यादा सुधार होया है। तीसरा प्रश्न है, किस विषय विच कारगुजारी च गिरावट आई है? पहला बिल्डिंग उच्ची सी, फिर नीचे नूं हो गई बिल्डिंग। वो किहड़ा विषय है? अंग्रेजी। अंग्रेजी च पहला बच्चे दे 50 नंबर सी ते बाद चो अगले साल वो किन्ने रह गए नंबर? 40। उस विषय च उहदी गिरावट आई है। ते लास्ट प्रश्न है, किस विषय विच कारगुजारी इक्को जिही रही है? बिल्कुल बराबर दी हाइट दियां 2 बिल्डिंग्स, 2 छड़ां जिहड़ियां ने वो किहड़े विषय दियां ने? बिल्कुल सही, हिंदी विषय दियां, जिहदे विच पिछले साल भी उहदे 60 नंबर सी ते अगले साल भी उहदे 60 नंबर आए। सो छड़ ग्राफ नूं पढ़ना बहुत ही आसान है, पर उस तो पहला उहदी समझ होनी बहुत जरूरी है। मैनूं उम्मीद है कि सारे बच्चों नूं एक छड़ ग्राफ मतलब बार ग्राफ ते दोहरा छड़ ग्राफ डबल बार ग्राफ नूं पढ़ना आ गया होएगा। इहदे नाल ही बेटा साडी असाइनमेंट 73 फिनिश हो जाती है। धन्यवाद।